ਡਿੱਠੇ ਸਭੇ ਥਾਵ ਨਹੀਂ ਤੁਧ ਜਿਆ। ਅੰਮ੍ਰਿਤਸਰ ਸਿਫਤੀ ਦਾ ਘਰ, ਗੁਰੂ ਕੀ ਨਗਰੀ ਅੰਮ੍ਰਿਤਸਰ। ਭਾਵੇਂ ਅੰਮ੍ਰਿਤਸਰ ਸਾਹਿਬ ਦੇ ਬਹੁਤ ਸਾਰੇ ਨਾਮ ਹੋਣ, ਪਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕਰਕੇ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ ਅੰਮ੍ਰਿਤਸਰ ਸ਼ਹਿਰ। ਹੁਣ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੌਜੂਦ ਹੈ। ਉਸ ਦੇ ਚੌਗਿਰਦੇ ਨੂੰ ਹੋਰ ਸੁੰਦਰ ਬਣਾਉਣ ਦੇ ਲਈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਜ ਕਰ ਰਹੀ ਹੈ, ਉੱਥੇ ਹੀ ਪੰਜਾਬ ਸਰਕਾਰ ਵੀ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸੇ ਉਪਰਾਲੇ ਦੇ ਤਹਿਤ ਇੱਕ ਵੱਡਾ ਉਪਰਾਲਾ ਕੀਤਾ ਗਿਆ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਬਣਾਇਆ ਗਿਆ ਇੱਕ ਨਵਾਂ ਪਲਾਜ਼ਾ। ਕੀ ਕੁਝ ਖਾਸ ਉਸ ਦੀਆਂ ਵਿਸ਼ੇਸ਼ਤਾਵਾਂ ਨੇ? ਇਹ ਪਲਾਜ਼ਾ ਹੁਣ ਸੰਗਤਾਂ ਨੂੰ ਸਮਰਪਿਤ ਕਰ ਦਿੱਤਾ ਗਿਆ। ਆਓ ਤੁਹਾਨੂੰ ਦਿਖਾਉਂਦੇ ਹਾਂ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਇਹ ਪਲਾਜ਼ਾ ਬਣਾਉਣ ਦੇ ਵਿੱਚ ਕਿੰਨਾ ਟਾਈਮ ਲੱਗਿਆ, ਕਿੰਨੇ ਪੈਸੇ ਲੱਗੇ, ਕਿੰਨਾ ਸਮਾਂ ਲੱਗਿਆ, ਔਰ ਖਾਸ ਗੱਲ ਇਹ ਹੈ ਕਿ ਇਸ ਪਲਾਜ਼ਾ ਤੋਂ ਬਾਅਦ ਸੰਗਤਾਂ ਨੂੰ ਕੀ ਸਹੂਲਤ ਹੋਵੇਗੀ। ਮਿੰਟ ਵਿਚਾਰ ਰੱਖਾਂ, ਇੱਕ ਬੇਨਤੀ ਕਰਦਾ ਕਿ ਚੜ੍ਹਦੀ ਕਲਾ ਲਈ ਜਕਾਰਾ ਤਾਂ ਬੋਲ ਦਿਆ ਕਰੋ ਚੰਗੀ ਤਰ੍ਹਾਂ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਅੱਜ ਦਾ ਦਿਨ ਇੱਕ ਬਹੁਤ ਇਤਿਹਾਸਕ ਦਿਨ ਹੈ। ਅੱਜ ਪੰਜਾਬ ਸਰਕਾਰ ਵੱਲੋਂ ਸ਼੍ਰੀ ਹਰਮੰਦਰ ਸਾਹਿਬ ਦੇ ਦੁਆਰ ਦੀ ਸੁੰਦਰਤਾ ਵਿੱਚ ਵਾਧਾ ਕਰਨ ਲਈ ਇੱਕ ਪ੍ਰੋਜੈਕਟ ਜਿਹੜਾ ਕੁਝ ਸਮਾਂ ਪਹਿਲਾਂ ਦਿਮਾਗ 'ਚ ਆਇਆ ਸੀ, ਉਹ ਅੱਜ ਗੁਰੂ ਸਾਹਿਬ ਅਕਾਲ ਪੁਰਖ ਦੀ ਮਿਹਰਬਾਨੀ ਦਾ ਸਦਕਾ ਉਹ ਸਿਰੇ ਚੜ੍ਹੇ। ਮੈਂ ਅੱਜ ਇਸ ਪ੍ਰੋਜੈਕਟ ਕਰ ਲਓ ਸੁੰਦਰੀਕਰਨ ਦਾ ਪ੍ਰੋਜੈਕਟ, ਇਹ ਸਾਰੀ ਮਨੁੱਖਤਾ ਉਹਨੂੰ ਸਮਰਪਿਤ ਕਰਦਾ। ਦੇਖੋ ਇੱਥੋਂ ਜੋ ਸੁਨੇਹਾ ਮਿਲਦਾ ਹੈ ਉਹ ਸਮੁੱਚੀ ਮਨੁੱਖਤਾ ਵਾਸਤੇ ਹੈ। ਆਪਾਂ ਅਰਦਾਸ ਕਰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਾਰੇ ਸੰਸਾਰ ਦਾ, ਸਾਰੀ ਮਨੁੱਖਤਾ ਭਲਾ ਇਹ ਸਥਾਨ ਹੈ ਜਿੱਥੋਂ ਮੰਗਿਆ ਜਾਂਦਾ ਜਾਂ ਇੱਥੋਂ ਸੰਦੇਸ਼ ਦਿੱਤਾ ਜਾਂਦਾ। ਮੈਂ ਸਮਝਦਾ ਕਿ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ, ਔਰ ਮਿਹਰਬਾਨੀ ਅਕਾਲ ਪੁਰਖ ਦੀ ਹੈ ਕਿ ਜਿਨ੍ਹਾਂ ਨੇ ਇਹ ਸੇਵਾ ਬਖਸ਼ੀ। ਇਹ ਜਿਹੜੀ ਮੁੱਖ ਸੇਵਾਦਾਰ ਹੋਣ ਦੇ ਨਾਤੇ ਤਾਂ ਇਹ ਸੇਵਾ ਨਿਭਾਉਣ ਦਾ ਪੰਜਾਬ ਸਰਕਾਰ ਵੱਲੋਂ ਆਰੰਭ ਕੀਤਾ ਗਿਆ। ਹਰਮੰਦਰ ਸਾਹਿਬ ਦੇ ਸਾਹਮਣੇ ਤਿਆਰ ਕੀਤੇ ਗਏ ਪਲਾਜ਼ਾ ਨੂੰ 130 ਕਰੋੜ ਰੁਪਏ ਦੀ ਲਾਗਤ ਦੇ ਨਾਲ ਮੁਕੰਮਲ ਕੀਤਾ ਗਿਆ ਤੇ ਜਦ ਇਸ ਦਾ ਰਸਮੀ ਉਦਘਾਟਨ ਹੋਇਆ ਤੇ ਉਸ ਮੌਕੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ, LGBC ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਪੰਜਾਬ ਕੈਬਨਿਟ ਦੇ ਮੰਤਰੀ ਅਨਿਲ ਜੋਸ਼ੀ ਸਮੇਤ ਧਾਰਮਿਕ ਜਥੇਬੰਦੀਆਂ ਤੇ ਸੰਤ ਸਮਾਜ ਦੇ ਆਗੂ ਮੌਜੂਦ ਸਨ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਹਮਣੇ ਇਹ ਬਹੁਤ ਸੁੰਦਰ ਪਲਾਜ਼ਾ ਤਿਆਰ ਕਰਕੇ ਪੰਥ ਨੂੰ, ਕੌਮ ਨੂੰ ਸਮਰਪਿਤ ਕੀਤਾ ਹੈ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਇਹਨਾਂ ਨੂੰ ਸਨਮਾਨ ਦੇਣ ਤੇ ਕੁਝ ਲੋਕਾਂ ਨੇ ਖੱਟੀਆਂ ਮਿੱਠੀਆਂ ਵੀ ਸੁਣਾਈਆਂ, ਪਰ ਅੱਜ ਮੈਨੂੰ ਰੋਮ ਰੋਮ ਕਰਕੇ ਪ੍ਰਸੰਨਤਾ ਹੋ ਰਹੀ ਹੈ। ਜੋ ਸੇਵਾਵਾਂ ਇਹਨਾਂ ਨੇ ਕੀਤੀਆਂ, ਜੋ ਕਰਨਗੇ ਉਹਦੇ ਤੇ ਇਹ ਪੂਰੇ ਢੁਕਦੇ ਹਨ, ਔਰ ਜੋ ਮਾਣ ਸਤਿਕਾਰ ਦਿੱਤਾ ਇਸ ਨੂੰ ਪੰਥ ਨੇ, ਉਸ ਮਾਣ ਸਤਿਕਾਰ ਦੇ ਵਾਸਤੇ ਆਪਣਾ ਇਹ ਹਮੇਸ਼ਾ ਹੀ ਪੰਥ ਦੀ ਚੜ੍ਹਦੀ ਕਲਾ ਵਾਸਤੇ, ਮਨੁੱਖਤਾ ਦੀ ਭਲਾਈ ਵਾਸਤੇ ਇਹ ਕਾਰਜ ਕਰਦੇ ਰਹਿਣਗੇ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ। ਸੇਵਾ ਕਰਤ ਹੋਤ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਇਹ ਸਤਿਗੁਰੂ ਜੀ ਨੇ ਸੇਵਾ ਤੇ ਸਿਮਰਨ ਦੀਆਂ ਦੋ ਦਾਤਾਂ ਜਿਹੜੀਆਂ ਨੇ ਆਪਣੇ ਗੁਰਸਿੱਖਾਂ ਨੂੰ ਦਿੱਤੀਆਂ। ਸੇਵਾ ਦਾ ਬਹੁਤ ਵੱਡਾ ਮਹਾਤਮ ਹੈ ਸਿੱਖ ਧਰਮ ਦੇ ਵਿੱਚ, ਔਰ ਜਿਸ ਮਹਾਤਮ ਨੂੰ ਰਾਜ ਭਾਗ ਤੇ ਹੁੰਦਿਆਂ ਹੋਇਆਂ, ਰਾਜ ਭਾਗ ਦੇ ਵਿੱਚ ਹੁੰਦਿਆਂ ਹੋਇਆਂ ਜਿਸ ਤਰ੍ਹਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਇਹ ਸੇਵਾ ਕੀਤੀ ਹੈ ਜਾਂ ਇਹ ਕਰ ਰਹੇ ਨੇ, ਮੈਂ ਸਮਝਦਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਜਿੱਥੇ ਸਾਰੇ ਧਰਮਾਂ ਸਥਾਨਾਂ ਦੀ, ਸਾਰੇ ਧਾਰਮਿਕ ਫਿਰਕਿਆਂ ਦੀ ਇੱਕੋ ਜਿਹੀ ਉਹਨਾਂ ਦੀ ਸੰਭਾਲ ਕੀਤੀ ਜਾਂਦੀ ਸੀ,
ਔਰ ਉਹਨੂੰ ਸਭ ਤੋਂ ਵੱਡੀ ਸੈਕੂਲਰ ਗਵਰਨਮੈਂਟ ਗਿਣਿਆ ਜਾਂਦਾ ਸੀ। ਅੱਜ ਦੇ ਸਮੇਂ ਦੇ ਵਿੱਚ ਵੀ ਸਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਕੇਵਲ ਸੱਚਖੰਡ ਹਰਿਮੰਦਰ ਸਾਹਿਬ ਹੀ ਨਹੀਂ, ਤਖਤ ਸ੍ਰੀ ਦਮਦਮਾ ਸਾਹਿਬ, ਬਾਬਾ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਜੀ ਅਤੇ ਹੋਰ ਪਵਿੱਤਰ ਸਥਾਨਾਂ ਦੀ ਸੇਵਾ ਸੰਭਾਲ ਵਿੱਚ ਵੀ ਇਹਨਾਂ ਨੇ ਡੂੰਘੀ ਦਿਲਚਸਪੀ ਲੈਂਦਿਆਂ ਹੋਇਆਂ ਬਹੁਤ ਵੱਡੀ ਜਿਹੜੀ ਸੇਵਾ ਹੈ ਉਹ ਕਰ ਰਹੇ ਨੇ ਔਰ ਅਜੇ ਉਹ ਹੋ ਰਹੀ ਹੈ। ਔਰ ਇਸੇ ਤਰ੍ਹਾਂ ਬਾਕੀ ਧਰਮਾਂ ਦੇ ਧਾਰਮਿਕ ਸਥਾਨਾਂ ਦੇ ਨਿਰਮਾਣ ਲਈ ਵੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ। ਦੁਨੀਆ ਭਰ ਦੇ ਪ੍ਰਮੁੱਖ ਧਾਰਮਿਕ ਅਕੀਦਿਆਂ ਵਿੱਚ ਸ਼ੁਮਾਰ ਹਰਮੰਦਰ ਸਾਹਿਬ ਦੇ ਸਾਹਮਣੇ ਤਿਆਰ ਹੋਏ ਇਸ ਸ਼ਾਹਕਾਰ ਨਿਰਮਾਣ ਗੋਲਡਨ ਟੈਂਪਲ ਪਲਾਜ਼ਾ ਨੂੰ ਉਦਘਾਟਨ ਕਰਦੇ ਸਮੇਂ ਮੁੱਖ ਮੰਤਰੀ ਨੇ ਕਿਹਾ ਕਿ ਪਲਾਜ਼ਾ ਇੱਕ ਸ਼ਾਹਕਾਰ ਰਚਨਾ ਹੈ ਤੇ ਇਸ ਦੀ ਉਸਾਰੀ ਲਈ ਕੰਮ ਕਰਨ ਵਾਲੇ ਮਜ਼ਦੂਰਾਂ, ਇੰਜੀਨੀਅਰਾਂ ਅਤੇ तमाम ਕਾਰੀਗਰ ਖੁਸ਼ਕਿਸਮਤ ਨੇ। ਜਿਹੜੇ ਮਜ਼ਦੂਰਾਂ ਨੇ ਇੱਥੇ ਕੰਮ ਕੀਤਾ, ਜਿਹੜੇ ਇੰਜੀਨੀਅਰਾਂ ਨੇ ਇੱਥੇ ਕੰਮ ਕੀਤਾ, ਜਿਹੜੇ ਵੀ ਕੋਈ ਵੀ ਜਿਸ ਨੇ ਇਸ ਕੰਮ 'ਚ ਯੋਗਦਾਨ ਪਾਇਆ, ਮੈਂ ਸਭ ਦਾ ਧੰਨਵਾਦ ਕਰਦਾ ਔਰ ਸਭ ਤੋਂ ਵੱਧ ਸੰਗਤ ਦਾ ਧੰਨਵਾਦ ਕਰਦਾ ਕਿ ਉਹਨਾਂ ਦੀਆਂ ਅਰਦਾਸਾਂ, ਉਹਨਾਂ ਦੀ ਮਿਹਰਬਾਨੀ ਦਾ ਸਦਕਾ ਸਾਨੂੰ ਇਹ ਮਾਣ ਮਿਲਦੇ ਹੈ ਤੇ ਅਗਾਂਹ ਸਾਨੂੰ ਇਸ ਯੋਗ ਬਣਾਉਂਦੇ ਹੈ ਕਿ ਅਸੀਂ ਇਸ ਪਾਸੇ ਜਿਹੜੀ ਸਾਡਾ ਸੇਵਾ ਦਾ ਫਰਜ਼ ਬਣਦਾ ਹੈ ਉਹ ਸੇਵਾ ਜਿਹੜਾ ਹੈ ਉਹ ਚੰਗੀ ਤਰ੍ਹਾਂ ਨਿਭਾ ਸਕੀਏ। ਉਨ੍ਹਾਂ ਕਿਹਾ ਕਿ ਪਲਾਜ਼ਾ ਉਪ ਮੁੱਖ ਮੰਤਰੀ ਦਾ ਅਜ਼ੀਜ਼ ਪ੍ਰੋਜੈਕਟ ਹੈ ਜਿਸ ਨੂੰ ਉਨ੍ਹਾਂ ਖੁਦ ਆਪਣੀ ਨਜ਼ਰਸਾਨੀ ਹੇਠਾਂ ਮੁਕੰਮਲ ਕਰਵਾਇਆ ਹੈ। ਸਾਡੀ ਆਬਾਦੀ 2% ਹੈ ਪਰ ਅਸੀਂ 80% ਫਾਂਸੀ ਦੇ ਤਖਤਾਂ ਤੇ ਚੜ੍ਹਨ ਵਾਲੇ, ਕਾਲੇ ਪਾਣੀਆਂ ਦੀਆਂ ਸਜ਼ਾਵਾਂ ਕੱਟਣ ਵਾਲੇ, ਅੰਗਰੇਜ਼ ਦਾ ਜ਼ਬਰ ਤੇ ਜ਼ੁਲਮ ਸਹਿਣ ਵਾਲੇ ਉਹ ਪੰਜਾਬੀ ਸਨ। ਉਹ ਯਾਦਗਾਰ ਵੀ 200 ਕਰੋੜ ਰੁਪਇਆ ਲਾ ਕੇ ਆਰੰਭ ਕੀਤੀ ਗਈ ਹੈ। ਸਾਡੇ ਫੌਜੀ, ਇਹਨਾਂ ਦਾ ਬੜਾ ਵੱਡਾ ਰੋਲ ਹੈ। ਆਜ਼ਾਦੀ ਲੈਣੀ ਸੌਖੀ ਹੁੰਦੀ ਹੈ, ਆਜ਼ਾਦੀ ਸੰਭਾਲਣੀ, ਬਾਹਰਲੇ ਹਮਲਾਵਰਾਂ ਤੋਂ ਬਚਾਉਣਾ ਉਹ ਫੌਜੀਆਂ ਦਾ ਕੰਮ, ਉਹਨਾਂ ਦੀ ਯਾਦ ਕੋਈ ਨਹੀਂ ਸੀ। ਲੇਕਿਨ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਉਹ ਵੀ ਸ਼ੁਰੂ ਹੋ ਗਈ ਔਰ ਕਿਹਦਾ ਨਾ ਜਿੱਥੇ ਵੀ ਮੈਂ ਪਹਿਲਾਂ ਦੱਸਿਆ ਗੁਰੂ ਸਾਹਿਬਾਨ ਨੇ ਚਰਨ ਪਾਏ ਹਨ, ਬਾਬਾ ਬਕਾਲਾ, ਚੋਲਾ ਸਾਹਿਬ, ਤਰਨਤਾਰਨ ਸਾਹਿਬ, ਮੁਕਤ, ਹਰ ਜਗ੍ਹਾ ਦੀ ਸੁੰਦਰੀਕਰਨ ਤੇ ਡਿਵੈਲਪਮੈਂਟ ਉੱਥੇ ਹੋਈ ਹੈ। ਇਹ ਨਹੀਂ ਕਿ ਜਿਹੜੇ ਸਿੱਖ ਧਰਮ ਨਾਲ ਤਾਲੁਕ ਰੱਖਣ ਵਾਲੇ ਹੈ, ਇੱਥੇ ਹੀ ਸ਼੍ਰੀ ਰਾਮ ਤੀਰਥ ਜਿੱਥੇ ਭਗਵਾਨ ਵਾਲਮੀਕ ਜੀ ਦੀ ਯਾਦਗਾਰ, ਮੇਰਾ ਖਿਆਲ ਹੈ ਸੰਸਾਰ 'ਚ ਏਡੀ ਨਹੀਂ ਬਣਨੀ ਜਿੰਨੀ ਆਪਾਂ ਬਣਾ ਰਹੇ ਹਾਂ। ਗੁਰੂ ਰਵਿਦਾਸ ਜੀ ਦੀ ਯਾਦਗਾਰ ਹੁਸ਼ਿਆਰਪੁਰ 'ਚ ਬਣਾ ਰਹੇ ਹਾਂ। ਇਸ ਤਰ੍ਹਾਂ ਹੋਰ ਵੀ ਦਰਜਨਾਂ ਯਾਦਗਾਰਾਂ ਇਹ ਬਣ ਰਹੀਆਂ ਤਾਂ ਕਿ ਸਾਡਾ ਕਲਚਰ, ਸਾਡਾ ਇਤਿਹਾਸ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹ ਸਾਰਾ ਪਤਾ। ਮੁੱਖ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਕਾਰਜਕਾਲ ਵਿੱਚ ਵਿਰਸੇ ਅਤੇ ਸੱਭਿਆਚਾਰ ਨੂੰ ਸਾਂਭਣ ਵੱਲ ਵਿਸ਼ੇਸ਼ ਤਵੱਜੋ ਦਿੱਤੀ ਹੈ। ਉਨ੍ਹਾਂ ਚੇਤੇ ਕਰਵਾਇਆ ਕਿ ਸਰਕਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ ਖਾਲਸਾ, ਚੱਪੜਚਿੜੀ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਜੰਗੀ ਯਾਦਗਾਰ, ਸੰਗਰੂਰ ਅਤੇ ਗੁਰਦਾਸਪੁਰ ਵਿੱਚ ਛੋਟਾ ਤੇ ਵੱਡਾ ਘੱਲੂਘਾਰਾ ਬਣਾਇਆ ਹੈ, ਜਦਕਿ ਕਰਤਾਰਪੁਰ ਵਿਖੇ ਜੰਗੇ ਆਜ਼ਾਦੀ ਦੀ ਕਰੋੜਾਂ ਦੀ ਲਾਗਤ ਨਾਲ ਬਣਾਏ ਗਏ ਇਸ ਡ੍ਰੀਮ ਪ੍ਰੋਜੈਕਟ ਨੂੰ ਨੋਇਡਾ ਦੀ ਕੰਪਨੀ ਨੇ ਪੂਰਾ ਕੀਤਾ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਖੁਦ ਨਿੱਜੀ ਦਿਲਚਸਪੀ ਲੈ ਕੇ ਇਸ ਪ੍ਰੋਜੈਕਟ ਨੂੰ ਪੂਰਾ ਕਰਵਾਇਆ। ਤਕਰੀਬਨ 3 ਸਾਲ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਵਿੱਚ ਲੱਗੇ ਨੇ ਔਰ ਖਾਸ ਗੱਲ ਇਹ ਹੈ ਕਿ ਇਸ ਪ੍ਰੋਜੈਕਟ ਨੂੰ ਦੇਣ ਦੇ ਲਈ ਵੱਖ-ਵੱਖ ਕੰਪਨੀਆਂ ਦੀਆਂ ਕੋਟੇਸ਼ਨਸ ਮੰਗਾਈਆਂ ਗਈਆਂ, ਉਹਨਾਂ ਦੇ ਆਈਡੀਆਜ਼ ਮੰਗਾਏ ਗਏ, ਉਸ ਤੋਂ ਬਾਅਦ ਉਸ ਨੂੰ ਫਾਈਨਲਾਈਜ਼ ਕੀਤਾ ਗਿਆ ਜਿਸ ਵੀ ਕੰਪਨੀ ਦਾ ਸਭ ਤੋਂ ਵਧੀਆ ਪ੍ਰੋਜੈਕਟ ਸੀ। ਉਂਝ ਤਾਂ ਅੰਮ੍ਰਿਤਸਰ ਸ਼ਹਿਰ ਨੂੰ ਸਮਾਰਟ ਸਿਟੀ ਵਜੋਂ ਵਿਕਸਿਤ ਕਰਕੇ ਅਤ ਆਧੁਨਿਕ ਬਣਾਇਆ ਜਾਣਾ ਹੈ, ਪਰ ਗੋਲਡਨ ਟੈਂਪਲ ਪਲਾਜ਼ਾ ਦੇ ਰੂਪ ਵਿੱਚ ਸੂਬਾ ਸਰਕਾਰ ਨੇ ਕੁੱਲ ਮਨੁੱਖਤਾ ਨੂੰ ਦੀਵਾਲੀ ਦਾ ਬੇਸ਼ਕੀਮਤੀ ਤੋਹਫਾ ਭੇਂਟ ਕੀਤਾ। ਪਲਾਜ਼ਾ ਦਾ ਡਿਜ਼ਾਈਨ ਤਿਆਰ ਕਰਨ ਲਈ ਪ੍ਰਤੀਯੋਗਿਤਾ ਰੱਖੀ ਗਈ ਸੀ ਜਿਸ ਵਿੱਚ ਮੋਹਰੀ ਰਹੀ ਨੋਇਡਾ ਦੀ ਕੰਪਨੀ ਜਿਸ ਨੇ ਸਾਰਾ ਡਿਜ਼ਾਈਨ ਤਿਆਰ ਕੀਤਾ। 2 ਏਕੜ ਰਕਬੇ ਤੋਂ ਵੱਧ ਖੇਤਰ ਵਿੱਚ ਬਣੇ ਪਲਾਜ਼ਾ ਵਿੱਚ ਸਫੇਦ ਅਤੇ ਗੁਲਾਬੀ ਰੰਗ ਦਾ ਸੰਗਮਰਮਰ ਖੂਬਸੂਰਤ ਆਕਾਰਾਂ ਵਿੱਚ ਰਾਜਸਥਾਨੀ ਕਾਰੀਗਰਾਂ ਦੇ ਵੱਲੋਂ ਲਗਾਇਆ ਗਿਆ, ਜਿੱਥੇ 20,000 ਦੇ ਕਰੀਬ ਸ਼ਰਧਾਲੂ ਬੈਠ ਕੇ ਇਲਾਹੀ ਬਾਣੀ ਦਾ ਸਰਵਨ ਕਰ ਸਕਦੇ ਨੇ। ਅਤੇ ਖੂਬਸੂਰਤ ਗਠੜੀ ਘਰ ਅਤੇ ਜੋੜਾ ਘਰ ਬਣਾਇਆ ਗਿਆ। ਹਰਿਮੰਦਰ ਸਾਹਿਬ ਦੇ ਆਰਕੀਟੈਕਚਰ ਨਾਲ ਮਿਲਦਾ ਪਲਾਜ਼ਾ ਦੇ ਚਫੇਰੇ ਗੁਲਾਬੀ ਪੱਥਰ ਨਾਲ ਤਰਾਸ਼ੀਆਂ ਜਾਲੀਆਂ ਬਣਾਈਆਂ ਗਈਆਂ ਨੇ ਜੋ ਵਿਰਾਸਤੀ ਦਿੱਖ ਪ੍ਰਦਾਨ ਕਰਦੀਆਂ ਨੇ। ਬੇਸਮੈਂਟ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਲਈ ਇਨਫੋਰਮੇਸ਼ਨ ਸੈਂਟਰ, 3 VIP ਲਾਂਚ, ਵੇਟਿੰਗ ਹਾਲ, ਪਬਲਿਕ ਸਿਕਿਉਰਿਟੀ, ਮਲਟੀਮੀਡੀਆ ਕੇਂਦਰ, ATM ਮਸ਼ੀਨਾਂ,
ਲਿਫਟਾਂ ਦੇ ਐਕਸਕੇਲੇਟਰ, ਅੰਗਹੀਣਾਂ ਲਈ ਰੈਂਪ ਤੋਂ ਇਲਾਵਾ ਵੀ VIP ਗੱਡੀਆਂ ਦੀ ਪਾਰਕਿੰਗ ਲਈ ਖਾਸ ਵਿਵਸਥਾ ਕੀਤੀ ਗਈ ਹੈ। ਇੰਨੀਆਂ ਸਾਰੀਆਂ ਸਹੂਲਤਾਂ ਵੇਖ ਕੇ ਲੋਕ ਖਾਸੇ ਉਤਸ਼ਾਹਿਤ ਹੋਏ। ਬਹੁਤ ਸੋਹਣਾ ਲੱਗ ਰਿਹਾ ਆ, ਬਹੁਤ ਸੋਹਣੀ ਸਹੂਲਤ ਹੋ ਗਈ ਆ, ਡੈਕੋਰੇਸ਼ਨ ਬਹੁਤ ਸੋਹਣੀ ਕੀਤੀ ਹੋਈ ਆ ਤੇ ਵਧੀਆ ਲੱਗਦਾ ਆ। ਗੁਰੂ ਦੀ ਜਗ੍ਹਾ ਆ, ਅੱਗੇ ਸੋਹਣਾ ਬਣ ਗਿਆ ਹੈਗਾ, ਬੈਠਣ ਨੂੰ ਜਗ੍ਹਾ ਬਹੁਤ ਸੋਹਣੀ ਬਣ ਗਈ ਆ। ਬਹੁਤ ਸੋਹਣਾ ਉਪਰਾਲਾ ਕੀਤਾ ਬਾਦਲ ਸਾਹਿਬ ਜੀ ਨੇ। ਬਹੁਤ ਵਧੀਆ ਲੱਗਦਾ ਪਿਆ। ਜਦੋਂ ਪਹਿਲਾਂ ਆਈਦਾ ਸੀ ਤਾਂ ਇੱਥੋਂ ਸਾਰਾ ਕਵਰ ਹੁੰਦਾ ਸੀਗਾ, ਜਦੋਂ ਗੁਰਦੁਆਰੇ ਨੂੰ ਬਹੁਤ ਫਰਕ ਪੈਂਦਾ ਸੀ, ਪਿੱਛੇ ਜਿਹਾ ਲੱਗਦਾ ਹੁੰਦਾ ਸੀ। ਹੁਣ ਜਦੋਂ ਆਈਦਾ ਫਰੰਟ ਤੋਂ ਹੀ ਆਉਂਦਿਆਂ ਨੂੰ ਬਹੁਤ ਸੋਹਣਾ ਦਿਖਾਈ ਦਿੰਦਾ, ਜਿਹੜਾ ਵਿਊ ਆਇਆ ਦਾ ਉਹ ਵੀ ਬਹੁਤ ਸੋਹਣਾ ਲੱਗਦਾ ਪਿਆ ਆ। ਤੇ ਜੇ ਮਤਲਬ ਅੰਦਰ ਜਗ੍ਹਾ ਨਹੀਂ, ਤੁਸੀਂ ਇੱਥੇ ਬਹਿ ਕੇ ਵੀ ਗੁਰਬਾਣੀ ਸੁਣ ਸਕਦੇ ਆ। ਅੱਗੇ ਜਦੋਂ ਇਦਾਂ ਦੀ ਇੱਥੇ ਕੋਈ ਸਹੂਲਤ ਨਹੀਂ ਸੀ ਹੈਗੀ, ਹੁਣ ਮਤਲਬ ਕਿਤੇ ਵੀ ਤੁਸੀਂ ਬਹਿ ਸਕਦੇ, ਬਹੁਤ ਸੋਹਣੀ ਜਗ੍ਹਾ ਬਣ ਗਈ ਆ ਤੇ ਸਾਰਾ ਹੀ ਬਹੁਤ ਸੋਹਣਾ ਲੱਗਦਾ ਪਿਆ। ਬਹੁਤ ਵਧੀਆ ਲੱਗਦਾ, ਹੁਣ ਸਾਨੂੰ ਬਣਿਆ ਬਹੁਤ ਸੋਹਣਾ, ਸਾਨੂੰ ਸਾਰੀ ਸਹੂਲਤ ਮਿਲਦੀ ਆ। ਅਸੀਂ ਐਡੀ ਦੂਰੋਂ ਆਉਂਦੇ ਆ, ਦੇਖਦੇ ਆ, ਸਾਨੂੰ ਬਹੁਤ ਸੋਹਣਾ ਲੱਗਦਾ ਆ। ਬਹੁਤ ਹੀ ਸੁੰਦਰ ਢੰਗ ਨਾਲ ਬਣਾਇਆ ਗਿਆ ਹੈ। ਆਉਣ ਵਾਲੀਆਂ ਸੰਗਤਾਂ ਵਾਸਤੇ ਬਹੁਤ ਹੀ ਅੱਛਾ ਇਹ ਲੱਗੇਗਾ, ਕਿਉਂਕਿ ਅੱਗੇ ਬਹੁਤ ਰਸ਼ ਹੋ ਜਾਂਦਾ ਸੀਗਾ, ਹੁਣ ਬਹੁਤ ਹੀ ਖੁੱਲੀ ਜਗ੍ਹਾ ਬਣ ਗਈ ਹੈ। ਬਹੁਤ ਬਿਊਟੀਫੁਲ ਬਣਿਆ, ਬਹੁਤ ਚੰਗਾ ਬਣਿਆ ਹੋਇਆ ਵਾ। ਬਹੁਤ ਅੱਛੀ ਲਾਈਟਿੰਗ ਹੈ, ਬਹੁਤ ਅੱਛਾ ਮਾਹੌਲ ਹੈ, ਸਿਕਿਉਰਿਟੀ ਵੀ ਕਾਫੀ ਅੱਛੀ ਹੈ, ਸਭ ਇੰਤਜ਼ਾਮ ਕਾਫੀ ਅੱਛੇ ਹਨ। ਬਟ ਆਹ ਵਾਲਾ ਜਿਹੜਾ ਬਣਿਆ ਹੋਇਆ ਬਹੁਤ ਹੀ ਬਿਊਟੀਫੁਲ ਬਣਾਇਆ ਗਿਆ। ਹਰਿਮੰਦਰ ਸਾਹਿਬ ਵਿੱਚ ਰੋਜ਼ਾਨਾ ਭਾਰਤ ਅਤੇ ਵਿਦੇਸ਼ਾਂ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਸੈਲਾਨੀ ਆਉਂਦੇ ਨੇ। ਪਲਾਜ਼ਾ ਵਿੱਚ ਦੇਸ਼ੀ ਦੀ ਸੰਗਤਾਂ ਤੋਂ ਇਲਾਵਾ ਵਿਦੇਸ਼ੀ ਮਹਿਮਾਨਾਂ ਦੀਆਂ ਸੁਵਿਧਾਵਾਂ ਬਾਰੇ ਵੀ ਖਾਸ ਤਵੱਜੋ ਦਿੱਤੀ ਗਈ ਹੈ, ਜਿਸ ਨਾਲ ਉਮੀਦ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਪਲਾਜ਼ਾ ਸੈਲਾਨੀਆਂ ਲਈ ਵੀ ਇੱਕ ਵੱਖਰੀ ਖਿੱਚ ਦਾ ਕੇਂਦਰ ਬਣ ਕੇ ਉੱਭਰੇਗਾ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਚੌਗਿਰਦੇ ਨੂੰ ਸੁੰਦਰ ਬਣਾਉਣ ਦੇ ਲਈ ਸਿਰਫ ਇਹ ਪਲਾਜ਼ਾ ਨਹੀਂ, ਹੋਰ ਬਹੁਤ ਕੁਝ ਕਾਰਜ ਕੀਤੇ ਜਾ ਰਹੇ ਨੇ। ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਈ ਥਾਵਾਂ ਤੇ ਜੋ ਇਤਿਹਾਸਿਕ ਇਮਾਰਤਾਂ ਨੇ ਉਸ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਔਰ ਕਈ ਥਾਵਾਂ ਨੂੰ ਨਿਵਾਉਣ ਯੋਗ ਬਣਾਇਆ ਜਾ ਰਿਹਾ। ਆਓ ਤੁਹਾਨੂੰ ਇਸ ਖਾਸ ਰਿਪੋਰਟ ਦੇ ਵਿੱਚ ਦਿਖਾਉਂਦੇ ਹਾਂ ਕਿ ਕੀ ਕੁਝ ਹੋਰ ਖਾਸ ਕੀਤਾ ਜਾ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਅਦਭੁਤ ਸੁੰਦਰਤਾ ਦਾ ਪ੍ਰਤੀਕ ਗੋਲਡਨ ਪਲਾਜ਼ਾ ਲੋਕ ਅਰਪਣ ਕਰ ਦਿੱਤਾ ਗਿਆ, ਪਰ ਇਸ ਤੋਂ ਇਲਾਵਾ ਵੀ ਸੱਚਖੰਡ ਵਿੱਚ ਚੰਗੀ ਪੱਧਰ ਤੇ ਸੇਵਾ ਦਾ ਕੰਮਕਾਜ ਚੱਲ ਰਿਹਾ ਹੈ ਤੇ ਕਈ ਇਤਿਹਾਸਿਕ ਇਮਾਰਤਾਂ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ। ਸੂਬਾ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਦੇ ਮੰਤਵ ਨਾਲ ਸ੍ਰੀ ਹਰਿਮੰਦਰ ਸਾਹਿਬ ਪਰਿਸਰ ਵਿੱਚ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਵਾਤਾਨੁਕੂਲ ਕਰਨ ਜਾ ਰਹੀ ਹੈ। ਇਤਿਹਾਸਿਕ ਗੁਰਦੁਆਰਾ ਸਾਹਿਬ ਤੇ ਜੇ ਝਾਤ ਪਾਈਏ ਤਾਂ ਇਸ ਸਥਾਨ ਤੇ ਗੁਰੂ ਅਰਜਨ ਦੇਵ ਜੀ ਨੇ ਬੈਠ ਕੇ 12 ਮਹੀਨੇ ਦੀ ਬਾਣੀ ਦੀ ਰਚਨਾ ਕੀਤੀ ਸੀ ਤੇ ਇਸੇ ਸਥਾਨ ਤੇ ਮਹਾਰਾਜ ਜੀ ਦੇ ਦੀਵਾਨ ਸਜਦੇ ਸਨ। ਇਸ ਸਥਾਨ ਦੀ ਮਹੱਤਤਾ ਨੂੰ ਵੇਖਦੇ ਹੋਇਆਂ ਕਮੇਟੀ ਵੱਲੋਂ ਬਹੁਤ ਹੀ ਵੱਡਾ ਦੀਵਾਨ ਹਾਲ ਉਸਾਰਿਆ ਹੋਇਆ ਹੈ, ਜਿੱਥੇ ਵੱਖ-ਵੱਖ ਧਾਰਮਿਕ ਸਮਾਗਮਾਂ ਤੋਂ ਇਲਾਵਾ 2 ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਹੁੰਦੀ ਹੈ। ਇਸ ਦੀਵਾਨ ਹਾਲ ਨੂੰ ਸੰਗਤਾਂ ਦੀ ਸਹੂਲਤ ਲਈ ਹੁਣ ਵਾਤਾਨੁਕੂਲ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਬਹੁਤ ਸਾਰੇ ਅਦਾਰਿਆਂ ਦੇ ਵਿੱਚ ਨਵੀਨੀਕਰਨ ਹੋਇਆ ਔਰ ਇਹ ਅਸਥਾਨ ਜਿਹੜਾ ਮੰਜੀ ਸਾਹਿਬ ਦੀਵਾਨ ਵਾਲਾ, ਇਹਦੀ ਬੜੀ ਇਤਿਹਾਸਕ ਮਹੱਤਤਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਜਿਹੜਾ ਪਰ ਛੋਟਾ ਜਿਹਾ ਅਸਥਾਨ ਬਣਿਆ ਉੱਥੇ 12 ਮਾਹ ਦਾ ਮਹਾਰਾਜ ਦੀ ਬਾਣੀ ਉਚਾਰਨ ਕੀਤੀ ਸੀਗੀ ਔਰ ਉੱਥੇ ਉਦੋਂ ਬਾਅਦ ਇਹ ਦੀਵਾਨ ਵਗੈਰਾ ਲਗਾਉਣ ਲਈ ਇਹ ਵੱਡਾ ਦੀਵਾਨ ਹਾਲ ਬਣਾਤਾ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣਾ ਨਾ ਕੇਵਲ ਹਰ ਸਿੱਖ ਬਲਕਿ ਹਰ ਧਰਮ ਦੇ ਸ਼ਰਧਾਲੂਆਂ ਦੀ ਆਸਥਾ ਹੁੰਦੀ ਹੈ ਤੇ ਖਾਸ ਕਰਕੇ ਗੁਰਦੁਆਰਾ ਹਰੀ ਕੇ ਪੌੜੀ ਤੇ ਦੁੱਖ ਪੰਚਨੀ ਬੇਰੀ ਤੇ ਪਾਠ ਕਰਵਾਉਣ ਦੀ ਆਸਥਾ ਇੰਨੀ ਹੈ ਕਿ ਸ਼ਰਧਾਲੂਆਂ ਨੂੰ ਕਈ ਸਾਲ ਉਡੀਕ ਕਰਨੀ ਪੈਂਦੀ ਸੀ। ਇਸ ਉਡੀਕ ਨੂੰ ਖਤਮ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਲਈ ਦੁੱਖ ਪੰਚਨੀ ਬੇਰੀ ਤੇ 5 ਹੋਰ ਕਮਰੇ ਉਸਾਰੇ ਗਏ ਨੇ ਤਾਂ ਜੋ ਇਹ ਉਡੀਕ ਨੂੰ ਕੁਝ ਘੱਟ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਇਸ ਸਥਾਨ ਤੇ ਸਿਰਫ 2 ਹੀ ਕਮਰੇ ਹੋਇਆ ਕਰਦੇ ਸਨ, ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਨਿਰੰਤਰ ਪਾਠ ਚੱਲਿਆ ਕਰਦੇ ਸੀ। ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਪੁਰੀ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਇਹ ਕਮਰੇ ਹੁਣ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੇ ਗਏ ਨੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਨਾਲ ਸੰਬੰਧਿਤ ਗੁਰਦੁਆਰਾ ਦੁੱਖ ਭੰਜਨੀ ਬੇਰੀ ਦੇ ਨਾਲ ਲੱਗਦੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਨਵੇਂ ਕਮਰੇ ਬਣਾਉਣ ਦੀ ਜੋ ਸੇਵਾ ਦਾਸਾਂ ਨੂੰ ਬਖਸ਼ੀ ਗਈ ਸੀ, ਉਹ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ
ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਹਿਬ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦੇ ਨਾਲ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤਾਂ ਨੂੰ ਰਿਹਾਇਸ਼ ਦੀ ਸਹੂਲਤ ਦੇਣ ਦੇ ਲਈ ਕਮੇਟੀ ਵੱਲੋਂ ਸਮੇਂ-ਸਮੇਂ ਸਿਰ ਸਰਾਵਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਹੀ ਉਸਾਰੀ ਜਾ ਰਹੀ ਹੈ ਅਤ ਆਧੁਨਿਕ ਸਹੂਲਤਾਂ ਨਾਲ ਤਿਆਰ ਸਾਰਾਗੜੀ ਨਿਵਾਸ, ਜਿਸ ਦਾ ਕੰਮ ਤਕਰੀਬਨ ਪੂਰਾ ਹੋ ਚੁੱਕਿਆ ਹੈ ਤੇ ਜਲਦ ਹੀ ਇਸ ਨੂੰ ਸੰਗਤਾਂ ਦੇ ਲਈ ਖੋਲ੍ਹ ਦਿੱਤਾ ਜਾਏਗਾ। ਖਾਲਸੇ ਭਵਨ ਕਲਾ ਨੂੰ ਰੂਪਮਾਨ ਕਰਦਾ ਇਹ ਨਿਵਾਸ ਸਥਾਨ 11 ਮੰਜ਼ਲੀ ਹੋਏਗਾ, ਜਿਸ ਵਿੱਚ ਕੁੱਲ 233 ਕਮਰੇ ਉਸਾਰੇ ਜਾਣਗੇ। ਇਸ ਵਿੱਚ ਇੱਕ ਸਮੇਂ 'ਚ ਕਰੀਬ 2000 ਯਾਤਰੂ ਰਹਿਣ ਬਸੇਰਾ ਕਰ ਸਕਣਗੇ। ਬੇਸਮੈਂਟ ਨੂੰ ਪਾਰਕਿੰਗ ਵਜੋਂ ਵਰਤਿਆ ਜਾਏਗਾ ਤੇ 18 ਕਰੋੜ ਦੀ ਲਾਗਤ ਵਾਲੇ ਇਸ ਨਿਵਾਸ ਸਥਾਨ ਦੀ ਇੱਕ ਖਾਸੀਅਤ ਹੋਏਗੀ ਕਿ ਇਹ ਪੂਰੀ ਤਰ੍ਹਾਂ ਦੇ ਨਾਲ ਵਾਤਾਨੁਕੂਲ ਹੋਵੇਗਾ ਤੇ ਨਾਲ-ਨਾਲ ਆਟੋਮੈਟਿਕ ਵੀ ਹੋਵੇਗਾ। ਜਿਸ ਵੀ ਕਮਰੇ ਵਿੱਚ ਯਾਤਰੂ ਦਰਵਾਜ਼ਾ ਖੋਲ੍ਹ ਕੇ ਜਾਏਗਾ, ਇਸ ਦੇ ਏਸੀ ਸਿਸਟਮ ਆਪ ਚਾਲੂ ਹੋਣਗੇ ਤੇ ਜਦੋਂ ਸ਼ਰਧਾਲੂ ਕਮਰੇ ਤੋਂ ਬਾਹਰ ਆਣਗੇ, ਦਰਵਾਜ਼ਾ ਬੰਦ ਕਰਦਿਆਂ ਹੀ ਲਾਈਟ ਅਤੇ ਏਸੀ ਸਿਸਟਮ ਆਪ ਬੰਦ ਹੋ ਜਾਏਗਾ। ਇਸ ਦੇ ਨਾਲ ਬਿਜਲੀ ਦੀ ਤਕਰੀਬਨ 40% ਬਚਤ ਹੋਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਦੀ ਸਹੂਲਤ ਵਾਸਤੇ ਸਾਰਾਗੜੀ ਸਰਾਂ ਜਿਹੜੀ ਆ ਇਹ ਨਿਰਮਾਣ ਅਧੀਨ ਹੈ। ਇਹ ਸਰਾਂ ਆਉਂਦੇ 6 ਮਹੀਨਿਆਂ ਦੇ ਵਿੱਚ ਪੂਰੀ ਤਰ੍ਹਾਂ ਕੰਪਲੀਟ ਹੋ ਕੇ ਸੰਗਤਾਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ। ਮਾਨਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਅਨੁਸਾਰ ਇਸ ਸਰਾਂ ਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਨਵੀਂ ਤਕਨੀਕ ਦੇ ਨਾਲ ਜਿਹੜੀਆਂ ਸੰਗਤਾਂ ਨੂੰ ਜਿਹੜੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਣਗੀਆਂ। ਇਸ ਸਰਾਂ ਦੀ ਬੇਸਮੈਂਟ ਉੱਪਰ 11 ਮੰਜ਼ਲਾਂ ਨੇ ਤੇ ਇਹਦੇ ਪਾਰਕਿੰਗ ਦੇ ਵਿੱਚ 50 ਗੱਡੀਆਂ ਦੇ ਖੜਨ ਦੀ ਕਪੈਸਿਟੀ ਹੈ। ਗਰਾਊਂਡ ਫਲੋਰ ਦੇ ਉੱਤੇ ਲੰਗਰ ਛਕਣ ਲਈ ਵੱਡਾ ਹਾਲ ਹੈ, ਲੰਗਰ ਰੱਖਣ ਲਈ ਪੈਂਟਰੀ ਬਣੀ ਹੋਈ ਹੈ। ਇਹਦੇ ਵਿੱਚ ਸੰਗਤਾਂ ਦੀ ਸਹੂਲਤ ਵਾਸਤੇ 6 ATM ਹੋਣਗੇ, ਇੱਕ ਡਿਸਪੈਂਸਰੀ ਹੋਊਗੀ, ਇੱਕ ਰਿਸੈਪਸ਼ਨ ਸੈਂਟਰ ਹੋਊਗਾ। ਉੱਪਰਲੀਆਂ 10 ਮੰਜ਼ਲਾਂ ਦੇ ਵਿੱਚ 238 ਕਮਰੇ ਜਿਹੜੇ ਆ, ਜਿਨ੍ਹਾਂ ਦੇ ਵਿੱਚ 12 VVIP ਕਮਰੇ ਹੋਣਗੇ, ਇਹ ਸੰਗਤਾਂ ਨੂੰ ਸਮਰਪਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਸ਼੍ਰੀ ਹਰਿਮੰਦਰ ਸਾਹਿਬ ਪਰਿਸਰ 'ਚ ਸਥਿਤ ਇਤਿਹਾਸਿਕ ਰਾਮਗੜੀਆਂ ਬੁੰਗਿਆਂ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਹੁਣ ਇਸ ਦੇ ਤੀਸਰੇ ਤੇ ਆਖਰੀ ਪੜਾਅ ਤੇ ਪਹੁੰਚ ਗਿਆ। ਇਹਨਾਂ ਇਤਿਹਾਸਿਕ ਬੁੰਗਿਆਂ ਨੂੰ ਸਾਕਾ ਨੀਲਾ ਤਾਰਾ ਦੌਰਾਨ ਨੁਕਸਾਨ ਪਹੁੰਚਿਆ ਸੀ ਤੇ ਇਸ ਦੀ ਮੁੜ ਮੁਰੰਮਤ ਦੇ ਲਈ ਪਹਿਲਾਂ ਕਮੇਟੀ ਵੱਲੋਂ ਕਾਰ ਸੇਵਾ ਵਾਲੇ ਬਾਬਿਆਂ ਨੂੰ ਸੇਵਾ ਸੌਂਪੀ ਗਈ ਸੀ, ਪਰ ਸੇਵਾ ਨਿਰੰਤਰ ਨਾ ਹੋਣ ਕਰਕੇ ਹੁਣ ਇਸ ਦੀ ਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਵਿਰਾਸਤੀ ਇਮਾਰਤ ਦੀ ਮੁਰੰਮਤ ਅਤੇ ਇਸ ਦੇ ਵਿਰਾਸਤੀ ਰੂਪ ਨੂੰ ਪਹਿਲਾਂ ਵਾਂਗ ਹੀ ਰੱਖਣ ਲਈ ਮਾਹਿਰ ਕੰਪਨੀ ਦੀ ਸੇਵਾਵਾਂ ਲਈਆਂ ਗਈਆਂ ਨੇ। ਰਾਮਗੜੀਆਂ ਬੁੰਗਿਆਂ ਦੇ ਅਹਿਮ ਹਿੱਸੇ ਨੂੰ ਦਰਸਾਉਣ ਦੇ ਲਈ ਵਿਸ਼ੇਸ਼ ਢੰਗ ਨਾਲ ਲਾਈਟਾਂ ਲਗਾਉਣ ਦੀ ਵੀ ਯੋਜਨਾ ਹੈ। ਜਿਹੜੇ ਰਾਮਗੜੀਆਂ ਬੁੰਗਾ ਸੀ, ਇਹਨਾਂ ਨੂੰ 1984 ਦੇ ਵਿੱਚ ਭਾਰਤ ਸਰਕਾਰ ਵੱਲੋਂ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਗਿਆ ਸੀ, ਉਸ ਸਮੇਂ ਬਹੁਤ ਭਾਰੀ ਨੁਕਸਾਨ ਪਹੁੰਚਿਆ ਤੇ ਉਹਨਾਂ ਬੁੰਗਿਆਂ ਦੀ ਮੁਰੰਮਤ ਦਾ ਕੰਮ ਜਿਹੜਾ ਦੁਬਾਰਾ ਤਮੀਰ ਕਰਾਉਣ ਦਾ ਕੰਮ ਸੀ, ਉਹ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਰਾਮਗੜੀਆ ਭਾਈਚਾਰੇ ਵੱਲੋਂ ਮਿਲ ਕੇ ਅਤ ਆਧੁਨਿਕ ਤਕਨੀਕ ਅਨੁਸਾਰ ਕਰਾਇਆ ਜਾ ਰਿਹਾ। ਇਹ ਬੁੰਗਿਆਂ ਦੇ ਵਿੱਚ ਕਿਉਂਕਿ ਉਸ ਸਮੇਂ ਦੇ ਜਿਹੜੇ ਪੁਰਾਣੇ ਬੁੰਗੇ ਬਣੇ ਸੀ, ਇਹਦੇ ਵਿੱਚ ਖੂਹ ਵੀ ਸੀ, ਖਜ਼ਾਨਾ ਘਰ ਵੀ ਸੀ ਤੇ ਹੋਰ ਵੀ ਜੇਲ੍ਹ ਟਾਈਪ ਵੀ ਇੱਕ ਇਮਾਰਤ ਥੱਲੇ ਬਣੀ ਹੋਈ ਆ। ਉਹ ਸਾਰਾ ਕੰਮ ਮੁਕੰਮਲ ਹੋ ਚੁੱਕਾ ਤੇ ਇਸ ਦੇ ਤੀਜੇ ਪੜਾਅ ਦਾ ਕੰਮ ਜਿਹੜਾ ਵਾ ਉਹ ਸ਼ੁਰੂ ਕੀਤਾ ਜਾ ਰਿਹਾ। ਤੀਸਰੇ ਪੜਾਅ ਦੇ ਵਿੱਚ ਬੁੰਗਿਆਂ ਦੇ ਵਿੱਚ ਜਿਹੜੀ ਬੁੰਗਿਆਂ ਦੇ ਉੱਪਰਲੇ ਫਰਸ਼ ਨੇ ਉਹ ਪਾਏ ਜਾਣਗੇ ਤੇ ਨਾਲ ਦੀ ਨਾਲ ਲਾਈਟਾਂ ਦਾ ਕੰਮ, ਡੈਕੋਰੇਸ਼ਨ ਦਾ ਕੰਮ ਕੀਤਾ ਜਾਵੇਗਾ। ਇਸ ਕਾਰਜ ਦੇ ਵਿੱਚ ਰਾਮਗੜੀਆ ਭਾਈਚਾਰਾ ਜਿਹੜਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇ ਰਿਹਾ ਵਾ। ਇਸੇ ਤਰ੍ਹਾਂ 9ਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਥੜਾ ਸਾਹਿਬ, ਜੋ ਕਿ ਸ੍ਰੀ ਹਰਿਮੰਦਰ ਸਾਹਿਬ ਪਰਿਸਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸੱਜੇ ਪਾਸੇ ਸਥਿਤ ਹੈ, ਉਸ ਦੇ ਗੁੰਮਟਾਂ ਉੱਪਰ ਸੋਨੇ ਦੀ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਪਰਿਸਰ ਵਿੱਚ ਹੋਏ ਇੱਕ ਧਾਰਮਿਕ ਸਮਾਗਮ ਤੋਂ ਬਾਅਦ ਪੂਰੇ ਖਾਲਸਾਈ ਰਵਾਇਤਾਂ ਦੇ ਨਾਲ ਇਸ ਕਾਰਜ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘਾਂ ਵੱਲੋਂ ਅਰਦਾਸ ਤੋਂ ਬਾਅਦ ਸ਼ੁਰੂ ਕਰਵਾਇਆ ਗਿਆ। ਇਹ ਸੇਵਾ ਦਮਦਮੀ ਟਕਸਾਲ ਦੇ ਮੁੱਖ ਸੰਤ ਬਾਬਾ ਹਰਨਾਮ ਸਿੰਘ ਜੀ ਧੂਮਾ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼ੁਰੂ ਕੀਤੀ ਗਈ ਹੈ। ਇਹੀ ਨਹੀਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਅਤ ਆਧੁਨਿਕ ਲੰਗਰ ਹਾਲ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ। ਪੁਰਾਣੀ ਇਮਾਰਤ ਹੈ ਜਿਹੜੀ ਲੰਗਰ ਹਾਲ ਦੀ, ਉਹ ਇਹ ਸਾਡੀ ਜਿਹੜੀ ਹੈਗੀ ਹੈ ਇੱਥੋਂ ਲੈ ਕੇ ਇਹ ਸਾਰੀ ਸਾਡੀ ਪੁਰਾਣੀ ਲੰਗਰ ਹਾਲ ਦੀ ਇਮਾਰਤ ਹੈ, ਜਿਹਦੇ ਵਿੱਚ ਸਾਡੀਆਂ 2 ਮੰਜ਼ਲਾਂ ਗਰਾਊਂਡ ਫਲੋਰ ਔਰ ਫਸਟ ਫਲੋਰ ਵਰਤੋਂ ਚਾਹੁੰਦੀਆਂ। ਇਹਦੇ ਵਿੱਚ ਇਹਦੇ ਨਾਲ ਬੇਸਮੈਂਟ ਵੀ ਹੈ ਇਨ ਏਰੀਆ ਦੇ ਵਿੱਚ। ਇਹਦੀ ਤਕਰੀਬਨ ਕਪੈਸਿਟੀ ਜਿਹੜੀ ਹੈ ਇਹਦੇ ਨਾਲ 1.5 ਹੋ ਜਾਣੀ ਹੈ। ਜੇ 3000 ਆ ਤਾਂ ਬੰਦਾ ਤਕਰੀਬਨ 4000 ਬੰਦਾ ਇੱਕ ਬੰਦਾ ਪ੍ਰਸ਼ਾਦਾ ਛਕ ਸਕੇਗਾ ਇਸ ਸਮੇਂ।
ਇਹਦੇ ਨਾਲ ਕਪੈਸਿਟੀ ਇੰਨੀ ਬਾਜੇ। ਇਹ ਤੋਂ ਇਲਾਵਾ ਜਿਹੜਾ ਹੈਗਾ ਲੋਕਾਂ ਦੀ ਪਬਲਿਕ ਦੀ ਸਹੂਲਤ ਲਈ, ਸੇਵਾ ਦੇ ਲਈ, ਤੇ ਜਿਹੜਾ ਉਹਦੇ ਲਈ ਅਸੀਂ ਬਹੁਤ ਜ਼ਿਆਦਾ ਏਰੀਆ ਜਿਹੜਾ ਸਭ ਤੋਂ ਜ਼ਿਆਦਾ ਮੇਨਲੀ ਇਹਦਾ ਕਿਚਨ ਦੇ ਵਿੱਚ ਮਾਡਰਨਾਈਜੇਸ਼ਨ ਕੀਤੀ ਗਈ ਹੈ। ਕਿਚਨ ਨੂੰ ਅਸੀਂ ਪਹਿਲਾਂ ਸਾਡੇ ਕੋਲੇ ਸਿੰਪਲੀ ਤਰੀਕੇ ਨਾਲ ਸੀ, ਜਿੱਦਾਂ ਇਹ ਸਾਰਾ ਏਰੀਆ ਸਾਡਾ ਕਿਚਨ ਦਾ ਹੈ, ਜਿਹਨੂੰ ਅਸੀਂ 3 ਮੰਜ਼ਲਾਂ ਦੇ ਵਿੱਚ ਕੰਸਟਰਕਸ਼ਨ ਕਰ ਰਹੇ ਹਾਂ। 3 ਮੰਜ਼ਲਾਂ ਦੇ ਵਿੱਚ ਕੰਸਟਰਕਸ਼ਨ ਕੀਤੀ ਦੀ ਜਾ ਰਹੀ ਹੈ। ਇਹਦਾ ਟੋਟਲ 1 ਫਲੋਰ ਦਾ ਏਰੀਆ 10,000 ਫੀਟ ਦੇ ਕਰੀਬ ਹੈ ਤੇ ਤਿੰਨੋਂ ਮੰਜ਼ਲਾਂ ਮਿਲਾ ਕੇ ਸਾਡਾ 30,000 ਸਕੁਅਰ ਫੁੱਟ ਏਰੀਆ ਬਣ ਜਾਂਦਾ ਇਹਦਾ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਤਕਰੀਬਨ 1 ਲੱਖ ਸ਼ਰਧਾਲੂ ਰੋਜ਼ਾਨਾ ਆਉਂਦੇ ਨੇ। ਉਹਨਾਂ ਸ਼ਰਧਾਲੂਆਂ ਦੀ ਸਹੂਲਤਾਂ ਲਈ ਔਰ ਖਾਸ ਤੌਰ ਤੇ ਇੱਕ ਅਨੋਖੀ ਦਿੱਖ ਦੇਣ ਦੇ ਲਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਲਗਾਤਾਰ ਯਤਨ ਤੇ ਉਪਰਾਲੇ ਕੀਤੇ ਜਾ ਰਹੇ ਨੇ। ਹੁਣ ਵੇਖਣਾ ਹੋਵੇਗਾ ਕਿ ਇਹ ਪਲਾਜ਼ਾ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਰਿਹਾ, ਸੰਗਤਾਂ ਦੀ ਸਹੂਲਤ ਵਿੱਚ ਕਿੰਨਾ ਕੁ ਸਹਾਈ ਸਿੱਧ ਹੋਵੇਗਾ। ਸੋ ਅਸੀਂ ਸਾਡੀ ਖਾਸ ਪੇਸ਼ਕਸ਼ ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।